ਨਿਰਵੈਰ ਕਾਲ ਮੂਰਤ ਅਜੋਨੀ ਸੈਭੰ ਗੁਰ ਪ੍ਰਸਾਦ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਤਤ ਵਿਚਾਰ ਯਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਬੇਸੁਮਾਰ ਅਥਾਹ ਅਗੰਤ ਅਤੁਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਨਮਾਨਯੋਗ ਸਤ ਸੰਗਤ ਜੀਓ, ਗੁਰਦੇਵ ਦੀ ਬਖਸ਼ੀ ਸਿਮਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਵਿਸ਼ੇਸ਼ ਦੀਵਾਨ ਦੇ ਵਿੱਚ ਇਸ ਗੁਰੂ ਘਰ ਦੇ ਮੁੱਖ ਗ੍ਰੰਥੀ ਆਦਰਨੀਏ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਅਮਰਜੀਤ ਸਿੰਘ ਜੀ ਪਾਸੋਂ ਰਸ ਲਬਰੇਜ਼ ਗੁਰਮਤਿ ਵਿਚਾਰਾਂ, ਗੁਰਬਾਣੀ ਵਿਚਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੇ ਪਰਤਾਏ ਸਰਵਣ ਕਰ ਰਹੇ ਸੀ। ਅੱਜ ਸਿੱਖ ਇਤਿਹਾਸ ਦਾ ਉਹ ਦਿਨ ਹੈ ਜੋ ਕਦੀ ਵੀ ਤਵਾਰੀਖ ਦੇ ਵਿੱਚ ਭੁੱਲਣ ਯੋਗ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਅੱਜ ਦਾ ਇਹ ਦਿਨ, ਕਿਉਂਕਿ ਗੁਰੂ ਸਾਹਿਬਾਨ ਦੀ ਸਮੇਂ ਦੇ ਵਿੱਚ ਸਤਿਗੁਰੂ ਜੀ ਦੀ ਗੁਰੂ ਰੂਪ ਦੇ ਵਿੱਚ ਇਹ ਪਹਿਲੀ ਸ਼ਹਾਦਤ ਹੈ। ਦਰਅਸਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਸ਼ਹਾਦਤ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਹੈ, ਯੂਨੀਕ ਹੈ, ਇਨਕ੍ਰੈਡੀਬਲ ਹੈ, ਅਨਫੋਰਗੇਟੇਬਲ ਹੈ। ਕਾਰਨ ਕਿ ਕਿਸੇ ਕੌਮ ਦੇ ਵਿੱਚ ਕਿਸੇ ਗੁਰੂ ਦੀ, ਕਿਸੇ ਪੈਗੰਬਰ ਦੀ ਇਹ ਪਹਿਲੀ ਸ਼ਹਾਦਤ ਹੈ। ਅੱਜ ਤੱਕ ਇਹ ਸ਼ਹਾਦਤ ਹੋਈ ਨਹੀਂ। ਔਰ ਮੈਂ, ਕਿਉਂਕਿ ਅੱਜ ਮਹਾਰਾਜ ਦਾ ਸ਼ਹੀਦੀ ਦਾ ਪੁਰਬ ਹੈ, ਲੰਬਾ ਇਤਿਹਾਸ ਤਵਾਰੀਖ ਹੈ, ਲੇਕਿਨ ਮੈਂ ਬੇਨਤੀ ਕਰਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਰਿਸਪੌਂਸੀਬਲ, ਸਭ ਤੋਂ ਵੱਡਾ ਜ਼ਿੰਮੇਵਾਰ ਜੋ ਸ਼ਖਸ ਹੈ ਉਹ ਵਕਤ ਦਾ ਹੁਕਮਰਾਨ ਜਹਾਂਗੀਰ ਹੈ। ਕਾਰਨ ਉਹ ਆਪਣੀ ਆਟੋਬਾਇਓਗ੍ਰਾਫੀ 'ਚ ਇੱਕ ਸੈਲਫ ਡੈਕਲੇਰੇਸ਼ਨ ਜਿਹਨੂੰ ਕਹਿੰਦੇ ਨੇ ਐਡਮਿਟ ਕਰ ਰਿਹਾ ਹੈ। ਉਹਦੇ ਲਿਖਤ ਹੈ, ਬੋਲ ਹੈ ਕਿ ਦਰਿਆਏ ਬਿਆਸਾ ਦੇ ਕਿਨਾਰੇ ਇੱਕ ਅਰਜਨ ਨਾਮੇ ਗੁਰੂ ਰਹਿੰਦਾ ਹੈ।
ਬਹੁਤ ਸਾਰੇ ਹਿੰਦੂ ਤੇ ਬੇਸਮਝ ਮੁਸਲਮਾਨ ਉਹਨੂੰ ਗੁਰੂ ਮੰਨਦੇ ਹਨ, ਪੀਰ ਮੰਨਦੇ ਹਨ। 2-4 ਪੀੜ੍ਹੀਆਂ ਤੋਂ ਇਹ ਝੂਠ ਦੀ ਦੁਕਾਨ ਚੱਲ ਰਹੀ ਹੈ ਤੇ ਮੈਂ ਚਾਹੁੰਦਾ ਇਸ ਦੁਕਾਨ ਨੂੰ ਸਦਾ ਲਈ ਨੇਸਤੋਂ ਨਾਬੂਦ ਕਰ ਦਿਆਂ, ਬੰਦ ਕਰ ਦਿਆਂ ਤੇ ਅੱਗੇ ਜਾ ਕੇ ਉਹ ਤੌਜ਼ੀਕੇ ਜਹਾਂਗੀਰੀ ਦੇ ਵਿੱਚ ਇਹਨੂੰ ਐਡਮਿਟ ਕਰਦਾ ਹੈ ਕਿ ਮੈਂ ਮੁਰਤਜ਼ਾ ਖਾਨ ਨੂੰ ਆਰਡਰ ਕੀਤੇ ਹਨ ਕਿ ਜਲਦੀ ਤੋਂ ਜਲਦੀ ਉਸ ਅਰਜਨ ਦੇਵ ਨੂੰ ਅਰੈਸਟ ਕੀਤਾ ਜਾਏ, ਉਹਦੀ ਫੌਤ ਕੀਤੀ ਜਾਏ ਤੇ ਇਹਨੂੰ ਇਸ ਕਾਰੋਬਾਰ ਨੂੰ ਸਦਾ ਲਈ ਬੰਦ ਕੀਤਾ ਜਾਏ। ਮੈਂ ਅਰਜ਼ ਕਰਾਂ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ, ਡਾਊਟ ਨਹੀਂ ਰਹਿ ਜਾਂਦਾ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ, ਰਿਸਪੌਂਸਿਬਿਲਟੀ ਉਹ ਵਕਤ ਦਾ ਦੁਸ਼ਟ ਜ਼ਾਲਮ ਹੁਕਮਰਾਨ ਜਹਾਂਗੀਰ ਹੈ। ਇਹ ਇੱਕ ਪ੍ਰਮੁੱਖ ਕਾਰਨ ਹੈ ਕਿ ਉਹਦੇ ਅੰਦਰ ਇੱਕ ਜਲਨ ਦੀ ਅੱਗ ਹੈ, ਜੈਲਸੀ ਦੀ ਅੱਗ ਹੈ। ਦੂਸਰਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੇ ਅਸੀਂ ਪਰਉਪਕਾਰ ਦੇਖੀਏ ਤੇ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚੋਂ ਹਜ਼ੂਰ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਮੈਂ ਹੁਣੇ ਬੇਨਤੀ ਕੀਤੀ, ਭਾਈ ਸਾਹਿਬ ਪੱਟਾਂ ਦੇ ਸਵਈਆਂ 'ਚੋਂ ਵਿਚਾਰ ਆਪ ਨੂੰ ਸਰਵਣ ਕਰਾ ਰਹੇ ਹੈ। ਗੁਰੂ ਦੇ 2 ਰੂਪ ਹਨ, ਇੱਕ ਹੈ ਗੁਰੂ ਦਾ ਵਜੂਦ, ਇੱਕ ਹੈ ਗੁਰੂ ਦਾ ਸਰੂਪ। ਜਿਵੇਂ ਸਾਡੇ 2 ਰੂਪ ਹੈ, ਅਸੀਂ ਤਨ ਵੀ ਹੈ, ਅਸੀਂ ਮਨ ਵੀ ਹਾਂ, ਪਰ ਅਸੀਂ ਸਿਰਫ ਤਨ ਨਹੀਂ ਹੈ, ਅਸੀਂ ਕੁਛ ਮਨ ਵੀ ਹਾਂ। ਅਸੀਂ ਕੁਛ ਮਨ ਨਹੀਂ ਹੈ, ਕੁਛ ਤਨ ਵੀ ਹੈ। ਵੈਦਾਂਤ ਦਾ ਬੜਾ ਲੰਬਾ ਚੌੜਾ ਮੌਜ਼ੂ ਹੈ, ਖੈਰ ਮੈਂ ਉਧਰ ਨਾ ਜਾਵਾਂ। ਗੁਰੂ ਦੇ 2 ਰੂਪ ਹਨ, ਇੱਕ ਗੁਰੂ ਦਾ ਰੂਪ ਹੈ ਬਾਹਰ ਦਾ ਰੂਪ ਜਿਹਦਾ ਨਾਮ ਹੈ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਇੱਕ ਗੁਰੂ ਦਾ ਅੰਤਰੀ ਰੂਪ ਹੈ, ਸੂਖਸ਼ਮ ਰੂਪ ਹੈ, ਆਤਮਿਕ ਰੂਪ ਹੈ, ਉਹ ਹੈ ਗੁਰੂ ਦੇ ਬੋਲ, ਗੁਰੂ ਦੀ ਬਾਣੀ, ਗੁਰੂ ਦਾ ਮੰਤਰ, ਗੁਰੂ ਦਾ ਸ਼ਬਦ ਹੈ। ਜੇ ਸ਼ਬਦ ਦੀ ਗੱਲ ਕਰੀਏ ਜਾਂ ਜ਼ਿੰਦਗੀ ਦੀ, ਜੀਵਨ ਦੀ ਗੱਲ ਕਰੀਏ ਤੇ ਮੈਂ ਕਈ ਦਫਾ ਗੁਜ਼ਾਰਿਸ਼ ਕੀਤੀ ਹੈ, ਧੰਨ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਹਨ। ਪਰਿਵਾਰ ਦੇ ਵਿੱਚ ਸਭ ਤੋਂ ਛੋਟੇ ਹਨ, ਵੱਡੇ ਪ੍ਰਿਥੀ ਚੰਦ ਹਨ, ਛੋਟੇ ਮਹਾਦੇਵ ਹਨ ਤੇ ਸਭ ਤੋਂ ਛੋਟੇ ਬ੍ਰਹਮ ਸ਼ਰੋਤਰੀਏ, ਬ੍ਰਹਮ ਗਿਆਨੀ, ਬ੍ਰਹਮ ਰੂਪ, ਸੁਖਮਨੀ ਦੇ ਰਚਨਹਾਰੇ, ਸੁਖਮਨੀ ਦਾ ਰੂਪ ਧੰਨ ਗੁਰੂ ਅਰਜਨ ਸਾਹਿਬ ਹੈ। ਜੇ ਆਯੂ ਦੀ ਗੱਲ ਕਰੀਏ ਤੇ ਉਮਰ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਜਿੱਥੇ ਸਭ ਤੋਂ ਛੋਟੇ ਹਨ, ਉੱਥੇ ਸੰਸਾਰ ਦੀ ਆਯੂ ਵੀ ਕੋਈ ਬਹੁਤ ਵੱਡੀ ਨਹੀਂ ਹੈ। ਬਿਲੋ 45 ਇਹਨੂੰ ਐਵਰੇਜ ਉਮਰ ਮੰਨਿਆ ਜਾਂਦਾ ਹੈ, ਕੋਈ ਬਹੁਤ ਵੱਡੀ ਉਮਰ ਨਹੀਂ ਹੈ। ਇਤਨੀ ਛੋਟੀ ਉਮਰ ਦੇ ਵਿੱਚ ਜੋ ਕੁਛ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਦੇ ਗਏ, ਮੈਂ ਬੇਨਤੀ ਕਰਾਂ ਅੱਜ ਮਹਾਰਾਜ ਦਾ ਸ਼ਹੀਦੀ ਪੁਰਬ ਹੈ। ਜੋ ਕੁਝ ਦਾਤਾਂ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਫਰਾਹਮ ਕਰ ਗਏ ਛੋਟੀ ਜੀ ਸਮੇਂ ਦੇ ਵਿੱਚ, ਛੋਟੀ ਜੀ ਉਮਰ ਦੇ ਵਿੱਚ, it will be very short life traveling in the histories we will never forget। ਸ਼ਾਇਦ ਅਸੀਂ ਰੋਮ ਰੋਮ ਵੀ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ੁਕਰਾਨਾ ਕਰੀਏ, ਕਰ ਨਹੀਂ ਸਕਦੇ। ਉਹਨਾਂ ਦੇ ਪਰਉਪਕਾਰਾਂ ਦੇ ਵਿੱਚੋਂ, ਉਹਨਾਂ ਦੀਆਂ ਦੇਣ ਦੇ ਵਿੱਚੋਂ, ਉਹਨਾਂ ਦੀਆਂ ਕੰਟਰੀਬਿਊਸ਼ਨ ਦੇ ਵਿੱਚੋਂ ਸਭ ਤੋਂ ਵੱਡੀ ਦੇਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਜਿਹਨੂੰ ਅਸੀਂ ਅੱਜ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਜਿਸ ਤੋਂ ਬਿਨਾਂ ਸਾਡਾ ਕੁਛ ਵੀ ਨਹੀਂ ਹੈ। ਇਹ ਸਭ ਤੋਂ ਵੱਡੀ ਦੇਣ ਧੰਨ ਗੁਰੂ ਅਰਜਨ ਦੇਵ ਜੀ ਦੀ ਹੈ। ਬੜਾ ਲੰਬਾ ਇਤਿਹਾਸ ਹੈ, ਮੈਂ ਖੈਰ ਉਧਰ ਨਾ ਜਾਵਾਂ।
ਤੇ ਹੁਣ ਮੈਂ ਬੇਨਤੀ ਜਿਹੜੀ ਕਰ ਰਿਹਾ, ਥੋੜਾ ਧਿਆਨ ਨਾਲ ਸਰਵਣ ਕਰਨਾ। ਪਲੀਜ਼ ਪੇ ਯੂਅਰ ਅਟੈਂਸ਼ਨ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਵੀ ਸਭ ਤੋਂ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। ਉਹ ਜਹਾਂਗੀਰ ਦੀ ਇੰਟੈਂਸ਼ਨ ਤੇ ਹੈ, ਉਹਦੀ ਮਾੜੀ ਨੀਅਤ ਤੇ ਹੈ, ਉਹਦੀ ਭੈੜੀ ਸੋਚ ਤੇ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮਹਾਨ ਸਰੂਪ ਵੀ ਸਤਿਗੁਰ ਦੀ ਸ਼ਹਾਦਤ ਦਾ ਇੱਕ ਮੁੱਖ ਕਾਰਨ ਹੈ। ਦੇਣ ਸਭ ਤੋਂ ਵੱਡੀ ਹੈ, ਕੰਟਰੀਬਿਊਸ਼ਨ ਸਭ ਤੋਂ ਵੱਡੀ ਹੈ, ਦਾਤ ਸਭ ਤੋਂ ਵੱਡੀ ਹੈ, ਪਰ ਉਹ ਵਕਤ ਦਾ ਹੁਕਮਰਾਨ ਜਹਾਂਗੀਰ ਜਾਂ ਗੁਰੂ ਘਰ ਦੇ ਦੋਖੀ, ਕਿਉਂਕਿ ਜਹਾਂਗੀਰ ਦੇ ਔਗਣਾਂ ਦੇ ਵਿੱਚੋਂ ਹਰ ਬੰਦੇ ਦੇ ਕੁਝ ਔਗਣ ਹਨ, ਕੁਝ ਗੁਣ ਹਨ, ਹਰ ਬੰਦੇ ਦੀਆਂ ਕੁਝ ਮਜਬੂਰੀਆਂ ਹਨ, ਕੁਝ ਕਮੀਆਂ ਹਨ। ਜਹਾਂਗੀਰ ਦੇ ਔਗਣਾਂ ਦੇ ਵਿੱਚੋਂ ਇਤਿਹਾਸਕਾਰਾਂ ਨੇ 3 ਔਗਣ ਸਭ ਤੋਂ ਸ੍ਰੇਸ਼ਟ ਮੰਨੇ ਹੈ। ਉਹ ਨੰਬਰ 1 ਸ਼ਰਾਬੀ ਹੈ, ਡਰੱਗੀ ਹੈ। ਉਹ ਹਰ ਵਕਤ ਸ਼ਰਾਬ ਦੇ ਨਸ਼ੇ ਦੇ ਵਿੱਚ ਮਦਮਸਤ ਰਹਿੰਦਾ ਹੈ। ਦੂਸਰਾ, ਉਹਦੇ ਔਗਣਾਂ ਦੇ ਵਿੱਚੋਂ ਇਹ ਸਿਰਮੌਰ ਔਗਣ, ਜਿੱਥੇ ਸ਼ਰਾਬੀ ਹੈ, ਅਯਾਸ਼ ਹੈ। ਤੀਸਰਾ, ਉਹ ਕੰਨਾਂ ਦਾ ਕੱਚਾ ਹੈ। ਉਹਦੀ ਇਹ ਜਿਹੜੀ ਕਮਜ਼ੋਰੀ ਹੈ, ਉਹਦਾ ਜਿਹੜਾ ਐਡਵਾਂਟੇਜ ਹੈ, ਗੁਰੂ ਘਰ ਦੇ ਦੋਖੀਆਂ ਨੇ ਉਠਾਇਆ ਹੈ। ਤੇ ਉਹਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਸ਼ਖਸ ਹੈ, ਉਹ ਸ਼ੇਖ ਅਹਿਮਦ ਸਰਹੰਦੀ ਹੈ। ਉਹ ਗੁਰੂ ਅਰਜਨ ਦੇਵ ਜੀ ਦੀ ਵੱਧਦੀ ਹੋਈ ਵਡਿਆਈ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਮੈਂ ਕਈ ਦਫਾ ਅਰਜ਼ ਕੀਤੀ ਹੈ, ਸਾਡੇ ਦੇਸ਼ ਦੇ ਵਿਦਵਾਨਾਂ ਨੇ ਝਗੜੇ ਦਾ ਉਪੱਦਰ ਦੇ 3 ਕਾਰਨ ਲਿਖੇ ਹਨ। ਚਾਹੇ ਤੁਸੀਂ ਚਨਕੀਆ ਨੀਤੀ ਪੜ੍ਹ ਲਓ, ਚਾਹੇ ਬਿਦਰ ਨੀਤੀ ਪੜ੍ਹ ਲਓ, ਤੇ ਚਾਹੇ ਮੈਂ ਅਰਜ਼ ਕਰਾਂ ਅਰਿਸਟੋਟਲ ਦਾ ਕਨਸੈਪਟ ਆਫ ਥੀਸਿਸ ਪੜ੍ਹ ਲਓ। ਉਹਨੇ ਝਗੜੇ ਦੇ ਕਾਰਨ 3 ਲਿਖੇ ਹਨ, ਜ਼ਰ, ਜ਼ੋਰੂ, ਜ਼ਮੀਨ। ਪਰ ਮੈਂ ਅਰਜ਼ ਕਰਾਂ ਉਪੱਦਰ ਦਾ, ਝਗੜੇ ਦਾ ਇੱਕ ਚੌਥਾ ਕਾਰਨ ਵੀ ਹੈ, ਤੇ ਉਹ ਸੋਲਿਡ ਕੌਜ਼ ਹੈ, ਉਹ ਸਾਡੇ ਸਾਰਿਆਂ ਦੇ ਵਿੱਚ ਹੈ। ਉਹ ਥੋੜਾ ਧਿਆਨ ਨਾਲ ਸਰਵਣ ਕਰਨਾ। ਉਹ ਚਨਕੀਆ ਜਾਂ ਬਿਦਰ ਕਹਿੰਦਾ ਹੈ ਜਰ ਹੈ, ਜ਼ੋਰੂ ਹੈ, ਜ਼ਮੀਨ ਹੈ, ਪਰ ਚੌਥਾ ਇੱਕ ਉਪੱਦਰ ਦਾ ਕਾਰਨ ਹੈ ਜਲਨ, ਜੈਲਸੀ, ਈਰਖਾ। ਐਵੇਂ ਸੜੀ ਜਾਣਾ, ਐਵੇਂ ਜਲੀ ਜਾਣਾ। ਉਹ ਸ਼ੇਖ ਅਹਿਮਦ ਸਰਹੰਦੀ ਧੰਨ ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਤੋਂ ਜਲ ਰਿਹਾ ਹੈ, ਸੜ ਰਿਹਾ ਹੈ। ਤੇ ਇੰਜ ਕਹਿ ਲਓ, ਸਾਡੀ ਹਿਸਟਰੀ ਦਾ, ਸਾਡੇ ਇਤਿਹਾਸ ਦਾ ਇਹ ਇੱਕ ਅਨਫਾਰਚੂਨੇਟ ਪਾਰਟ ਹੈ ਕਿ ਉਹ ਪੰਜਾਬ ਦੀ ਧਰਤੀ 'ਤੇ ਆ ਗਿਆ ਹੈ। ਇਹ ਜਿਹੜਾ ਸਰਹੰਦ ਹੈ ਪਟਿਆਲੇ ਦੇ ਲਾਗੇ, ਇਹ ਉਸ ਵੇਲੇ ਇਸਲਾਮ ਦਾ ਬੜਾ ਵੱਡਾ ਮਰਕਜ਼ ਸੀ, ਤੇ ਇੰਜ ਕਹੀਏ ਨਾਰਥ ਇੰਡੀਆ ਦਾ ਇਹ ਸਭ ਤੋਂ ਵੱਡਾ ਸੈਂਟਰ ਸੀ। ਉਹਨੇ ਆਪਣਾ ਡੇਰਾ, ਉਹਨੇ ਆਪਣਾ ਬਸੇਰਾ ਇੱਥੇ ਕਰ ਰਿਹਾ, ਤੇ ਸਰਹੰਦ ਤੋਂ ਅੰਮ੍ਰਿਤਸਰ ਕੋਈ ਬਹੁਤਾ ਦੂਰ ਤੇ ਹੈ ਨਹੀਂ। ਉਹ ਗੁਰੂ ਅਰਜਨ ਦੇਵ ਜੀ ਦੀ ਦੇਖਣਾ ਨਹੀਂ ਚਾਹੁੰਦਾ, ਬਰਦਾਸ਼ਤ ਨਹੀਂ ਕਰਦਾ, ਤੇ ਉਹ ਜਹਾਂਗੀਰ ਦਾ, ਕਿਉਂਕਿ ਇਹਨਾਂ ਸਾਰਿਆਂ ਦੀ ਇੱਕ ਚੌਂਕੜੀ ਹੈ, ਇੱਕ ਇਕੱਠ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਉਸ ਇਕੱਠ ਦਾ ਜ਼ਿਕਰ ਕੀਤਾ। ਪੁਰਾਣੇ ਜ਼ਮਾਨਿਆਂ ਦੇ ਵਿੱਚ ਮਹਾਭਾਰਤ ਦੇ ਸਮੇਂ ਆਮ ਤੌਰ 'ਤੇ ਰਾਜੇ ਜਦ ਚੌਪੜ ਖੇਡਦੇ ਸਨ, ਤੇ ਉੱਥੇ ਵੱਡੇ ਵੱਡੇ ਜੁਆਰੀ ਬੈਠਦੇ ਸਨ, ਵੱਡੇ ਵੱਡੇ ਅਯਾਸ਼ ਬੈਠਦੇ ਸਨ, ਤੇ ਉਹਨਾਂ ਦੀ ਨਾ ਇੱਕ ਗਰੁੱਪ ਬਣ ਜਾਂਦਾ ਸੀ, ਜਿਹਨੂੰ ਅਸੀਂ ਇੱਕ ਬਹੁਤ ਵੱਡਾ ਕਹਿ ਸਕਦੇ ਹਾਂ ਕਿ ਗਰੁੱਪ ਇਕੱਠਾ ਹੋ ਗਿਆ ਹੈ। ਮਹਾਰਾਜ ਦੀ ਬਾਣੀ ਨੇ ਉਸ ਗਰੁੱਪ ਨੂੰ ਇੱਕ ਸੰਗਿਆ ਦਿੱਤੀ ਹੈ, ਉਹਦਾ ਨਾਮ ਹੈ, ਪਤਾ ਕੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ, ਚੋਰਾਂ, ਯਾਰਾਂ, ਰੰਡੀਆਂ, ਕੁੱਟਣੀਆਂ ਦੀ ਬਾਣ। ਉਹ ਸਾਰੇ ਦੀਵਾਨ ਇੱਕ ਮਜਲਿਸ ਲਾ ਕੇ ਬੈਠ ਗਏ। ਉਹ ਜਹਾਂਗੀਰ ਦੀ ਜਿਹੜੀ ਮਜਲਿਸ ਹੈ, ਗੁਰੂ ਘਰ ਦੇ ਦੋਖੀਆਂ ਦੀ, ਉਹ ਜਿਹੜਾ ਗਰੁੱਪ ਹੈ, ਉਹਦੇ ਵਿੱਚ ਸ਼ੇਖ ਅਹਿਮਦ ਸਰਹੰਦੀ, ਜਿਹੜਾ ਕਿਉਂਕਿ ਜਹਾਂਗੀਰ ਉਹਦੇ ਕਲੋਜ਼ ਬਹੁਤ ਹੈ, ਉਹਨੇ ਗੁਰੂ ਘਰ ਦੇ ਪ੍ਰਤੀ ਕੰਨ ਭਰੇ ਹਨ ਕਿ ਬਾਦਸ਼ਾਹ ਸਲਾਮਤ, ਗੁਰੂ ਅਰਜਨ ਦੇਵ ਜੀ ਮਹਾਰਾਜ ਇਸਲਾਮ ਦੀ ਜਿਹੜਾ ਹੈ ਪ੍ਰਚਾਰ, ਇਸਲਾਮ ਦਾ ਪਰਚਮ ਬੁਲੰਦ ਕਰਨ ਦੇ ਵਿੱਚ
एक बहुत वड्डी रुकावट हैं। दूसरा, उन्होंने एक ऐसा ग्रंथ तैयार कर दिता है जिहदे विच उन्होंने सारियां दी बाणी नूं शामिल कर लिया है। क्योंकि मैं बेनती करा, गुरु ग्रंथ साहिब जी दे विच उन्हां भगतां दी बाणी भी है जिहड़े भगत अछूत हैं, नीवीं जात दे हैं, समाज तो सुसाइटी तो बैकवर्ड क्लास नूं बिलोंग करते हैं, तो हिंदुस्तान दे विच उस टाइम दे उत्ते छूआ छात बड़ा प्रबल रूप दे विच सी, ते महाराज ने उन्होंने इक्को ही सिंघासन ते बिठाया है, इक्वैलिटी दिती है। गुरु घर दे जिथे दुखियां ने एक कंप्लेंट की है, शिकायत की है, शेख अहमद सरहंदी ने कन भरे हैं, उथे मैं अर्ज करा, धन गुरु अर्जन साहिब की वरती हुई वडियाई ये भी उन्होंने कोलों बर्दाश्त नहीं हुई। मैं मुख्तसर, क्योंकि अज शहीदी है तो सानू वैल्यूएट करना पएगा, तो धन गुरु अर्जन देव जी की शहीदी दे विच कुछ गुरु घर दे दोखी भगतां दी भी इनवॉल्वमेंट है, जिन्हां दी बाणी नूं हजूर ने सिलैक्ट नहीं किया, रिजैक्ट किया है। क्योंकि 15 भगत हैं, तो 15 भगतां दियां मैं अर्ज करा वरण वंड के हिसाब के नाल जातां अलग हैं, मजहब अलग हैं, उन्हां दे अकीदे अलग हैं, उन्हां दी भाषा अलग है, उन्हां दा वर्शिप करन दा मैथड ऑफ वर्शिप अलग है। पर धन गुरु अर्जन देव जी ने केवल उन्हां भगतां दी बाणी ही गुरु ग्रंथ साहिब जी दे विच शामिल की है जिन्हां विच प्योरिटी है, जिन्हां विच रूहानीयत है, जिस दे विच स्पिरिचुअलिटी है, ते जिसका उपदेश क्योंकि महाराज ने एक कसवट्टी रखी है। जदों कसवट्टी की गल करिए तो उथे भगत कबीर जी के एक बड़े सुंदर बोल हैं, वो कहते ने कबीर कसौटी राम की झूठा टिके ना कोई। वो कसौटी दे उत्ते झूठा कोई टिकदा नहीं। धन गुरु अर्जन देव जी ने जदों ये स्वरूप तैयार किया है तो एक कसौटी रखी है, कसवट्टी रखी, उहदे ते परख के एवैल्यूएट करके चंगी तरह जांच के परख के उस बाणी नूं शामिल किया है। तो जदों हजूर ये ग्रंथ तैयार कर रहे हैं, मैं लफ्ज़ फिर दोहरा दें, अज महाराज का शहीदी पुरब है, ध्यान रखना गुरु अर्जन देव जी की जितनी असी रोम रोम शुकराना करिए कर नहीं सकते। उसका कारण है कि ये गुरु ग्रंथ साहब जी का स्वरूप उन्होंने दी देन है। फिर एक नहीं, दो नहीं, 8 नहीं, 10 नहीं, 15 नहीं, 20 नहीं, मानयोग रंगीला जी बैठे हैं, इन्हों की सारी जिंदगी पठन पाठन च बतीत हुई 30 रागां दे विच हजूर ने बाणी उचारण की है। दे आर कंपाइल्ड इन 30 रागास। कोई सौखी जी गल नहीं है, एक राग नूं सिखना होवे ते बड़ी मेहनत करनी पैंदी। 30 रागां च हजूर ने बाणी नूं अपनी रसना तो उचारण किया है। तो जे मैं एक गल कह दियां, मैं अक्सर ये बेनती करदा हुंदा है, जे मैं ये कह दियां कि अद्धे तो ज़्यादा गुरु ग्रंथ साहिब जी का स्वरूप, अद्धे तो ज़्यादा धन गुरु अर्जन देव जी की मुबारक रसना तो उचारण किया है, तो कोई अत कथनी नहीं होएगी। इन्नी बाणी महाराज ने उचारण की है। उस बाणी दे विच जदों भगत बाणी शामिल की है, मैं बेनती करा वो जिहड़े भगतां दी बाणी नूं हजूर ने रिजैक्ट किया है, वो जिहड़े भगत हैं वो भी बड़े औखे होए, ते उन्हां दा औखे होना सुभावक सी। जिवें मैं बेनती करा, महाराज बाणी अमृतसर लिखा रहे हैं, भाई गुरदास जी लिख रहे हैं, धन गुरु अर्जन देव जी आप उत्थे खुद बैठे हुए हैं, लंबा चौड़ी तवारीख है, तो उहदे विच कुछ भगत आए हैं, उन्होंने आण के धन गुरु अर्जन देव जी के सामने चौंकड़ा लगाया है। तो तवारीख के मुताबिक ये जिहड़े भगत हैं ये उम्र करके सारे ही वड्डे हैं, गुरु अर्जन देव जी सब तो छोटे हैं, उन्होंने उम्र बड़ी छोटी है। इन्होंने आण के गिला किया है, शिकवा किया है, कहता है जड़े भगत नहीं हैं
ਤੁਸੀਂ ਉਹਨਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਹੈ, ਜਿਹੜੇ ਸਾਹਮਣੇ ਮੌਜੂਦ ਹੈ ਉਹਨਾਂ ਦੀ ਬਾਣੀ ਨੂੰ ਤੁਸੀਂ ਸ਼ਾਮਲ ਨਹੀਂ ਕਰ ਰਹੇ। ਪਰ ਮੈਂ ਇੱਕ ਬੇਨਤੀ ਕਰਾਂ, ਜਿਤਨੀ ਨਿਮਰਤਾ, ਜਿਤਨਾ ਹੰਬਲਨੈਸ ਧੰਨ ਗੁਰੂ ਨਾਨਕ ਦੇ ਘਰ ਦੇ ਵਿੱਚ ਹੈ, ਗੁਰੂ ਅਰਜਨ ਦੇਵ ਜੀ ਦੇ ਹਿਰਦੇ 'ਚ ਹੈ, ਸ਼ਾਇਦ ਹੋ ਨਹੀਂ ਸਕਦਾ। ਉਹ ਨਿਮਰਤਾ, ਉਹ ਸ਼ਾਂਤੀ, ਉਹ ਪੀਸ ਹੀ ਗੁਰੂ ਅਰਜਨ ਦੇਵ ਜੀ ਦੀ ਇਹ ਸ਼ਹਾਦਤ ਹੋ ਗਈ। ਇਸ ਤੋਂ ਵੱਡੀ ਕੀ ਐਗਜ਼ਾਮਪਲ ਹੋ ਸਕਦੀ। ਖੈਰ, ਉਹਨਾਂ ਭਗਤਾਂ ਦੇ ਕੁਛ ਨਾਮ ਹੈ, ਕਾਨਾ ਹੈ, ਪੀਲੂ ਹੈ, ਛੱਜੂ ਹੈ, ਇਹ तमाम ਭਗਤ ਆਏ ਹਨ, ਹੁਸੈਨ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਨੇ, ਕਵੀ ਸੰਤੋਖ ਸਿੰਘ ਜੀ ਨੇ ਲੰਬਾ ਇਤਿਹਾਸ ਲਿਖਾ, ਇਹਨਾਂ ਨੂੰ ਉੱਚੇ ਆਸਣ 'ਤੇ ਬਿਠਾਇਆ ਹੈ ਤੇ ਹੱਥ ਇਹਨਾਂ ਦੇ ਅੱਗੇ ਜੋੜੇ ਹਨ। ਇੱਕ ਨਿਮਰਤਾ ਹੈ। ਹਜ਼ੂਰ ਕਹਿੰਦੇ ਨੇ ਇਹਦੇ ਵਿੱਚ ਗਿਲੇ ਸ਼ਿਕਵੇ ਦੀ ਗੱਲ ਨਹੀਂ ਹੈ। ਤੁਸੀਂ ਆਪਣਾ ਕਲਾਮ, ਆਪਣੀ ਬਾਣੀ, ਆਪਣਾ ਮੰਤਰ ਬੋਲੋ, ਅਸੀਂ ਸੁਣਦੇ ਹਾਂ। ਜੇ ਉਹ ਅਨੁਕੂਲ ਹੋਏਗਾ ਲਾਜ਼ਮੀ ਸ਼ਾਮਲ ਹੋਏਗਾ, ਜੇ ਪ੍ਰਤੀਕੂਲ ਹੋਏਗਾ ਤੇ ਉਹ ਨਹੀਂ ਹੋਏਗਾ। ਉਹ ਥੋੜ੍ਹੇ ਔਖੇ ਬੜੇ ਹੋਏ। ਸਭ ਤੋਂ ਪਹਿਲੇ ਉਹਨਾਂ ਦੇ ਵਿੱਚੋਂ ਮੈਂ ਤੂਕ ਮਾਤਰ ਅਰਜ਼ ਕਰਾਂ, ਉਹਨਾਂ ਭਗਤਾਂ ਦੇ ਵਿੱਚੋਂ ਜਿਹੜਾ ਪੀਲੂ ਹੈ ਉਹ ਬੋਲਿਆ ਹੈ, ਤੇ ਉਹਦੇ ਬੋਲ ਪਤਾ ਕੀ ਹੈ। ਉਹ ਕਹਿੰਦਾ ਹੈ, ਕਾਗਦ ਸੰਧੀ ਪੱਤਰੀ ਤਉ ਨ ਤ੍ਰਿਆ ਨਿਹਾਰ। ਕਹਿੰਦਾ ਧੰਨ ਗੁਰੂ ਅਰਜਨ ਸਾਹਿਬ ਦਰਅਸਲ ਉਹ ਇਨਡਾਇਰੈਕਟ ਮਹਾਰਾਜ ਦੇ ਉੱਤੇ ਅਟੈਕ ਕਰ ਰਿਹਾ। ਉਹਨੂੰ ਕਹਿੰਦੇ ਇਨਡਾਇਰੈਕਟ, ਜਿਹਨੂੰ ਅਸੀਂ ਕ੍ਰੋਸ ਐਗਜ਼ਾਮੀਨੇਸ਼ਨ ਅੰਗਰੇਜ਼ੀ 'ਚ ਕਹਿੰਦੇ ਹਾਂ। ਉਹਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਵਿਆਹੇ ਹੋਏ ਹਨ। ਉਹਨਾਂ ਦੀ ਸੁਪਤਨੀ ਦਾ ਨਾਮ ਮਾਤਾ ਗੰਗਾ ਜੀ ਹੈ। ਉਹ ਦਰਅਸਲ ਇਨਡਾਇਰੈਕਟ ਅਟੈਕ ਕਰ ਰਿਹਾ ਹੈ, ਕ੍ਰੋਸ ਐਗਜ਼ਾਮੀਨੇਸ਼ਨ ਕਰ ਰਿਹਾ ਹੈ। ਉਹ ਕਹਿੰਦਾ ਹੈ, ਮਹਾਰਾਜ ਸੰਤ ਮਤ ਕੀ, ਭਗਤ ਮਤ ਕੀ, ਯੋਗ ਮਤ ਕੀ, ਉਦਾਸੀ ਕੀ, ਵੈਰਾਗੀ ਕੀ, ਇਹਦਾ ਤੇ ਕੋਈ ਮੇਲ ਜੋਲ ਹੀ ਨਹੀਂ ਹੈ। ਤੇ ਜਿਹੜੀ ਔਰਤ ਹੈ ਇਹ ਤੇ ਕਾਗਜ਼ ਦੀ ਭੈੜੀ ਹੈ। ਇਹ ਤੇ ਕਾਗਜ਼ ਦੀ ਵੀ ਸਾਹਮਣੇ ਆ ਜਾਏ ਤੇ ਇਹਦੇ ਵੀ ਦਰਸ਼ਨ ਨਹੀਂ ਕਰਨੇ ਚਾਹੀਦੇ। ਕਾਗਜ਼ ਸੰਧੀ ਪੱਤਰੀ ਤਉ ਨ ਤ੍ਰਿਆ ਨਿਹਾਰ, ਇਹਦੇ ਤੇ ਦਰਸ਼ਨ ਮਾੜੇ ਹਨ। ਗਰਜ ਕੇ ਮੈਂ ਅਰਜ਼ ਕਰਾਂ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਸੇ ਵੇਲੇ ਕਿਹਾ, ਸਟਾਪ, ਚੁੱਪ, ਤੇਰੇ ਬੋਲ ਤੇ ਬਿਲਕੁਲ ਸ਼ਾਮਲ ਨਹੀਂ ਕੀਤੇ ਜਾ ਸਕਦੇ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਉਪਦੇਸ਼ ਹੈ, ਗੁਰਬਾਣੀ ਦਾ ਇਹ ਕਨਸੈਪਟ ਹੈ। ਮੈਂ ਉਸ ਦਿਨ ਨਾਨਕ ਨਾਮ ਜਾਜ ਗੁਰਦੁਆਰੇ ਵੀ ਬੇਨਤੀ ਕੀਤੀ, ਉੱਥੇ ਮਾਤਾ ਨੂੰ ਨਮਸਕਾਰ ਕੀਤੀ ਹੈ। ਮਦਰ ਡੇ ਥੋੜ੍ਹੇ ਦਿਨ ਹੀ ਹੈ ਨਾ, ਮਾਤਾ ਨੂੰ ਉੱਥੇ ਪ੍ਰਣਾਮ ਕੀਤਾ ਗਿਆ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਉਹ ਮਾਤਾ ਭਾਨੀ ਜੀ ਧੰਨ ਹਨ, ਜਿਨ੍ਹਾਂ ਦੀ ਕੁੱਖ ਤੋਂ ਧੰਨ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਹੋਇਆ। ਉਹ ਮਾਤਾ ਗੰਗਾ ਜੀ ਧੰਨ ਹਨ। ਇੱਥੇ ਤੇ ਮਾਤਾ ਦੀ ਮਹਾਨਤਾ ਹੈ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਹ तमाम ਭਗਤ ਔਖੇ ਹੋਏ ਹਨ, ਇਹ ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤੇ ਲਾਹੌਰ ਤੋਂ ਹਨ। ਉਹਨਾਂ ਨੇ ਜਾ ਕੇ ਕੰਨ ਭਰੇ ਕਿ ਬਾਦਸ਼ਾਹ ਸਲਾਮਤ, ਇਹ ਦੇਖੋ ਕੀ ਹੋਇਆ ਹੈ। ਤੇ ਸਿੱਖ ਇਤਿਹਾਸ ਦਾ ਇੰਜ ਕਹੀਏ, ਅੱਜ ਦਾ ਉਹ ਦਿਨ ਸ਼ਹੀਦਾਂ ਦੇ ਸਰਤਾਜ ਉਹ ਸੁਖਮਣੀ ਨੂੰ ਰਚਣਹਾਰੇ ਤੇ ਧੰਨ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਦੇਣ ਸੁਖਮਨੀ ਸਾਹਿਬ ਹੈ। 40 ਦਿਨ ਇੱਥੇ ਪਾਠ ਹੋਇਆ ਹੈ। ਤੇ ਮੈਨੂੰ ਕਈ ਦਫਾ ਸ਼ਹਾਦਤ ਜਦੋਂ ਆਉਂਦੀ ਇੰਜ ਲੱਗਦਾ ਸੁਖਮਨੀ ਦਾ ਰੂਪ ਵੀ ਧੰਨ ਗੁਰੂ ਅਰਜਨ ਸਾਹਿਬ ਆਪ ਹਨ। ਉਹ ਕਿਸੇ ਬੰਦੇ ਵਿੱਚ ਤਸੱਵਰ ਕਰਨਾ ਤੇ ਬਹੁਤ ਔਖਾ ਹੈ। ਜਦੋਂ ਹਜ਼ੂਰ ਕਹਿੰਦੇ ਨੇ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਕੇ ਧੀਰਜ ਏ, ਜਿਉਂ ਬਸੁੱਧਾ ਕਉ ਖੋਦੇ ਕਉ ਚੰਦਨ ਲੇਪ। ਇਹ ਸਾਰੇ ਗੁਣਾਂ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਉਹ ਪ੍ਰਤੱਖ ਕਰਕੇ ਦਿਖਾ ਦਿੱਤਾ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਕਿਸੇ ਜ਼ਮਾਨੇ 'ਚ ਲਿਖਿਆ, ਐ ਪ੍ਰੀਤਮ ਚਾਂਦ ਦੇ ਮਾਲਕ, ਭਾਣਾ ਕੀ ਵਰਤਾਇਆ ਏ, ਲੋ ਤੱਤੀ ਤੇ ਤਾੜੀ ਲਾਈ, ਦਿਲ ਤੇਰੇ ਵਿੱਚ ਆਇਆ ਕਿ ਜਿੱਥੇ ਬੜੇ ਬੜੇ ਰਿਸ਼ੀ ਡੋਲ ਜਾਂਦੇ ਹਨ, ਮੁਨੀ ਡੋਲ ਜਾਂਦੇ ਹਨ, ਅਵਤਾਰ ਵੀ ਡੋਲ ਜਾਂਦੇ ਹਨ, ਜਿੱਥੇ ਬੜੇ ਬੜੇ ਵੱਡੇ ਪੈਗੰਬਰ ਡੋਲ ਜਾਂਦੇ ਹਨ, ਸਾਈਂ ਮੀਆਂ ਮੀਰ ਜੈਸੇ ਡੋਲ ਜਾਂਦੇ ਹਨ, ਉੱਥੇ ਧੰਨ ਗੁਰੂ ਅਰਜਨ ਦੇਵ ਜੀ ਅਡੋਲ ਹਨ।
ਤੇ ਉਪਦੇਸ਼ ਤੱਤੀ ਤਵੀ ਤੇ ਬੈਠੇ ਵੀ ਦੇ ਰਹੇ ਹਨ। ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਉੱਥੇ ਮੈਂ ਇੱਕ ਬੇਨਤੀ ਕਰਾਂ, ਬੜੀ ਪੁਰਾਣੀ ਗੱਲ ਹੈ। ਦਾਸ ਦਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਨਾਲ ਬੜਾ ਪਿਆਰ ਸੀ, ਤੇ ਸ਼ਾਇਦ ਤੁਸੀਂ ਦੇਖਿਆ ਹੋਵੇਗਾ, ਮੈਨੂੰ ਕੁਦਰਤੀ ਯਾਦ ਆ ਗਿਆ। ਉਹਨਾਂ ਦੀ ਇੱਕ CD ਬੜੀ ਪਾਪੂਲਰ ਸੀ, ਸ਼ਿਮਲਾ ਸਮਾਗਮ, ਬੜੀ ਪੁਰਾਣੀ ਸ਼ਾਇਦ CD ਹੈ। ਤੇ ਸ਼ਿਮਲੇ ਪਹਿਲੀ ਦਫਾ ਮੈਨੂੰ ਉਹ ਹੀ ਲੈ ਕੇ ਗਏ। ਉਹਨਾਂ ਦਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਗੁਰਪੁਰਬ ਸ਼ਿਮਲੇ ਬੜਾ ਉਤਸ਼ਾਹ ਨਾਲ ਮਨਾਉਂਦੇ, ਬਹੁਤ ਵੱਡੇ ਪੱਧਰ 'ਤੇ। ਉਹਨਾਂ ਦੇ ਅਕਸਰ ਇੱਕ ਬੋਲ ਸਨ, ਉਹ ਅੱਜ ਦੇ ਦਿਨ ਦੇ ਉੱਤੇ ਹਨ। ਉਹ ਕਹਿੰਦੇ ਸਨ, ਅਕਸਰ ਦੇਖਿਆ ਗਿਆ ਹੈ ਸਭ ਤੋਂ ਜਿਹੜਾ ਠੰਡਾ ਹੈ ਉਹ ਹਿਮਾਲਿਆ ਪਰਬਤ ਮੰਨਿਆ ਗਿਆ ਹੈ, ਚੰਦਨ ਮੰਨਿਆ ਗਿਆ ਹੈ, ਚਾਂਦ ਮੰਨਿਆ ਗਿਆ ਹੈ, ਤੇ ਸਰਦੀ ਦੀ ਰੁੱਤ ਵੀ ਠੰਡੀ ਹੈ। ਤੇ ਹਜ਼ੂਰ ਨੇ ਇਹਨਾਂ ਨੂੰ ਠੰਡਿਆਂ ਦੇ ਵਿੱਚ ਜਦੋਂ ਮਹਾਰਾਜ ਨੇ ਕੰਪੈਰੀਜ਼ਨ ਕੀਤਾ ਤੇ ਆਪਣੀ ਰਸਨਾ ਤੋਂ ਪਤਾ ਹਜ਼ੂਰ ਦੇ ਕੀ ਬੋਲ ਹਨ, ਚੰਦਨ ਚੰਦ ਨ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਕੋਈ ਹੋ ਸਕਦਾ ਗੁਰੂ ਅਰਜਨ ਸਾਹਿਬ ਜੈਸਾ? ਚੰਦਨ ਕਹਿੰਦੇ ਨੇ ਬੜਾ ਠੰਡਾ ਹੈ, ਹਿਮਾਲਿਆ ਪਹਾੜ ਬੜਾ ਠੰਡਾ ਹੈ, ਤੇ ਹਿਮਾਲਿਆ ਪਹਾੜ ਦੇ ਵਿੱਚੋਂ ਮਾਊਂਟ ਐਵਰੈਸਟ ਬੜਾ ਠੰਡਾ, ਕਿਉਂਕਿ ਮੈਂ ਉੱਥੇ ਗਿਆ ਤੇ ਨਹੀਂ ਪਰ ਬੇਸ ਕੈਂਪ ਦੇਖ ਕੇ ਆਇਆ ਹੈ। ਤਕਰੀਬਨ ਉਹੀ ਮੇਰਾ ਖਿਆਲ ਹੈ 12,000 ਫੁੱਟ ਦੀ ਹਾਈਟ ਹੈ। ਉੱਥੇ ਵੀ ਇੱਕ ਰਾਤ ਰਹਿਣਾ ਔਖਾ ਹੈ। ਮਾਊਂਟ ਐਵਰੈਸਟ ਬੜਾ ਠੰਡਾ ਹੈ, ਚੰਦਨ ਬੜਾ ਠੰਡਾ ਹੈ, ਚਾਂਦ ਬੜਾ ਠੰਡਾ ਹੈ, ਸਰਦੀ ਦੀ ਰੁੱਤ ਬੜੀ ਠੰਡੀ ਹੈ। ਹਜ਼ੂਰ ਕਹਿੰਦੇ ਨੇ ਇਹ ਸਭ ਕੁਝ ਠੰਡਾ ਹੈ, ਪਰ ਸਭ ਤੋਂ ਠੰਡਾ ਕੌਣ ਹੈ? ਉਹ ਧੰਨ ਗੁਰੂ ਅਰਜਨ ਸਾਹਿਬ ਹੈ। ਚੰਦਨ ਚੰਦ ਨ ਸਰਦ ਰੁੱਤ, ਮੂਲ ਨ ਮਿਟਈ ਕਾਮ, ਸੀਤਲ ਥੀਵੇ ਨਾਨਕਾ, ਜਪੰਦੜੋ ਹਰ ਨਾਮ। ਭਾਈ ਸਾਹਿਬ ਜਸਬੀਰ ਸਿੰਘ ਜੀ ਕਹਿੰਦੇ ਸਨ, ਕਹਿੰਦੇ ਬੰਦਾ ਏਸੀ ਕਮਰਿਆਂ 'ਚ ਗਰਮ ਹੋ ਜਾਂਦਾ ਹੈ, ਹਿਮਾਲਿਆ ਦੇ ਸਾਧੂ ਠੰਡ 'ਚ ਗਰਮ ਹੋ ਜਾਂਦੇ ਹਨ। ਕੋਈ ਦੁਨੀਆ ਦੇ ਵਿੱਚ ਸ਼ਾਂਤ ਹੈ ਤੇ ਉਹ ਤੱਤੀ ਤਵੀ ਦੇ ਉੱਤੇ ਬੈਠੇ ਧੰਨ ਗੁਰੂ ਅਰਜਨ ਸਾਹਿਬ ਅੱਜ ਦੇ ਦਿਨ ਵੀ ਇਹ ਉਪਦੇਸ਼ ਕਰ ਰਹੇ ਹਨ। ਉਲਾਹਨੋ ਮੈਂ ਕਾਹੂ ਨ ਦਿਓ, ਮਨ ਮੀਠ ਤੁਹਾਰੋ ਕੀਓ, ਆਗਿਆ ਜਾਨ ਮਾਨ ਸੁਖ ਪਾਇਆ, ਸੁਨ ਸੁਨ ਨਾਮ ਤੁਹਾਰੋ ਜੀਓ। ਉਹ ਤੱਤੀ ਤਵੀ ਤੇ ਵੀ ਉਪਦੇਸ਼ ਕਰ ਰਹੇ ਹਨ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਐਸੇ ਸਤਿਗੁਰ ਜੀ ਦੀ ਸ਼ਹਾਦਤ ਨੂੰ ਸ਼ਤ ਸ਼ਤ ਪ੍ਰਣਾਮ। ਪਰ ਮੈਂ ਆਉਣ ਵਾਲੇ ਸਮੇਂ 'ਚ ਬੇਨਤੀ ਕਰਾਂਗਾ, ਇਹ ਸ਼ਹਾਦਤ ਵਿਅਰਥ ਨਹੀਂ ਗਈ, ਇਹ ਸ਼ਹਾਦਤ ਅਜ਼ਾਈ ਨਹੀਂ ਗਈ। ਉਹ ਲੰਡਨ ਦੇ ਵਿੱਚ ਮੈਂ ਸਾਊਥ ਹਾਲ ਮਹਾਰਾਜ ਦੇ ਸ਼ਹੀਦੀ ਗੁਰਪੁਰਬ 'ਤੇ ਮੈਨੂੰ ਮਾਣ ਉਹਨਾਂ ਨੇ ਦਿੱਤਾ, 1 ਮਹੀਨਾ ਕਥਾ ਸ਼ਾਇਦ ਹੈ ਕਰੋਨਾ ਤੋਂ ਪਹਿਲੇ ਕੀਤੀ। ਮੈਂ ਬੇਨਤੀ ਕੀਤੀ, ਉਹ ਵਕਤ ਦਾ ਹੁਕਮਰਾਨ ਕਹਿੰਦਾ ਹੈ ਇਹ ਝੂਠ ਦੀ ਦੁਕਾਨ ਨੂੰ ਖਤਮ ਕਰ ਦਿਓ। ਤੇ ਉਹਦਾ ਪਤਾ ਕੀ ਆਰਡਰ ਹੈ? ਮੈਂ ਮੁਰਤਜ਼ਾ ਖਾਨ ਨੂੰ ਆਰਡਰ ਕੀਤਾ ਹੈ ਅਰਜਨ ਦੇਵ ਨੂੰ ਅਰੈਸਟ ਕੀਤਾ ਜਾਏ, ਉਹਨੂੰ ਬੰਦੀ ਬਣਾਇਆ ਜਾਏ, ਉਹਨੂੰ ਮੌਤ ਦੇ ਘਾਟ ਉਤਾਰ ਦਿਆ ਜਾਏ। ਲੰਬਾ ਇਤਿਹਾਸ ਹੈ। ਆਰਡਰ ਕਰਕੇ ਆਪ ਉਹ ਸ਼੍ਰੀਨਗਰ ਦੌੜ ਗਿਆ। ਪਰ ਅੱਜ ਇਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ। ਅਸੀਂ ਇੱਥੇ ਲੌਂਗ ਆਈਲੈਂਡ 'ਚ ਬੈਠੇ, ਇਹ ਉਹਨਾਂ ਦੀ ਸ਼ਹਾਦਤ ਹੀ ਹੈ। ਜਿੱਥੇ ਜਿੱਥੇ ਵੀ ਖਾਲਸਾ ਬੈਠਾ ਹੈ ਉਹ ਸ਼ਹਾਦਤ ਰੰਗ ਲਿਆਈ ਤੇ ਉਹ ਵਕਤ ਦੇ ਹੁਕਮਰਾਨ ਦੇ ਜਿਹੜੇ ਸੁਪਨੇ ਸਨ ਉਹਨੂੰ ਨੇਸਤੋ ਨਾਬੂਦ ਕੀਤਾ। ਐਸੇ ਸਤਿਗੁਰੂ ਜੀ ਨੂੰ ਬੇਅੰਤ ਬੇਅੰਤ ਪ੍ਰਣਾਮ, ਬੇਅੰਤ ਬੇਅੰਤ ਨਮਸਕਾਰ। ਤੇ ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂ, ਭੱਟ ਸਾਹਿਬ ਕਹਿੰਦੇ ਨੇ ਆਪਾਂ ਮੰਨਦੇ ਹਾਂ ਚਾਹੇ ਸਨਾਤਨ ਧਰਮ ਹੈ, ਚਾਹੇ ਜੈਨ ਧਰਮ ਹੈ, ਚਾਹੇ ਸਿੱਖ ਧਰਮ ਹੈ, ਕਿ ਪ੍ਰਭੂ ਦਾ ਨਾਮ ਜਪਣ ਨਾਲ ਮੁਕਤੀ ਮਿਲਦੀ ਹੈ, ਮੋਕਸ਼ ਮਿਲਦਾ ਹੈ। ਕ੍ਰਿਸਚੈਨਿਟੀ ਦੇ ਵਿੱਚ ਵੀ ਸਾਲਵੇਸ਼ਨ ਦਾ ਕਨਸੈਪਟ ਹੈ। ਉੱਥੇ ਭੱਟ ਸਾਹਿਬ ਕਹਿੰਦੇ ਨੇ ਇਹ ਦੁਨੀਆ ਦੇ ਲੋਗੋ, ਇਹ ਗੱਲ ਸੁਣੀ ਸੁਣਾਈ ਨਹੀਂ ਹੈ, ਇਹ ਗੱਲ ਮਿਥਿਆ ਨਹੀਂ ਹੈ, ਇਹ ਗੱਲ ਕੋਈ ਤਸੱਵਰ ਨਹੀਂ ਹੈ, ਇਮੈਜਿਨਰੀ ਥਾਟ ਨਹੀਂ ਹੈ। ਤਤ ਵਿਚਾਰ ਯਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਹੜਾ ਇੱਕ ਵਾਰਾਂ ਵੀ ਕਹਿ ਦਿੰਦਾ ਹੈ ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਅਰਜਨ ਸਾਹਿਬ, ਉਹ ਵੀ ਜਨਮ ਮਰਨ ਦੇ ਦੁੱਖਾਂ ਤੋਂ ਨਿਵਰਤ ਹੋ ਜਾਂਦਾ ਹੈ, ਉਹਦਾ ਜਨਮ ਮਰਨ ਵੀ ਕੱਟਿਆ ਜਾਂਦਾ ਹੈ। ਐਸੇ ਮਹਾਨ ਸਤਿਗੁਰੂ ਜੀ ਨੂੰ ਯਾਦ ਕਰੀਏ।
उन्होंने प्रणाम करिए। आने वाले समय के विच भी बेअंत जीवन है, बेअंत उन्हों दीयां शहादतां दा रंग है। सन 84 के घल्लूकारे का जो वरतारा है आने वाले समय मैं बेनती कराँगा सारिਆਂ ਦਾ हार्दिक तौर पर धन्यवाद। इतों के सारे मुखी सज्जणा का खास तौर पर वीर जी सिक्का जी का सारिਆਂ ਦਾ दास हार्दिक तौर पर धन्यवादी है। अगला प्रोग्राम सरवण करो सिख पंथ के नामवर कीर्तनीय जिन्हों ने सारी जिंदगी गुरमत कीर्तन दे विच बतीत की, उन्होंने कीर्तन सरवण कराना है। भाई साहब भाई सरबजीत सिंह जी रंगीला। तफसील आप सरवण करो होइयां भुलां दी खेमा। वाहिगुरू जी का खालसा वाहिगुरू जी की फतेह।